Good morning, students. Myself, Dr. नीरू वर्मा, lecturer, Government Senior Secondary School, गड़ा। ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਨਿਊ ਟੌਪਿਕ ਡੈਟ ਇਜ਼ ਰਿਲੇਟਡ ਟੂ +2 ਬੋਰਡ ਕਲਾਸ। ਰਾਜ ਤੇ ਰਾਜਨੀਤਿਕ ਪ੍ਰਣਾਲੀ ਵਿੱਚ ਕੀ ਅੰਤਰ ਹੈ? ਵਟ ਇਜ਼ ਡਿਫਰੈਂਸ ਬਿਟਵੀਨ ਸਟੇਟ ਐਂਡ ਪੋਲੀਟੀਕਲ ਸਿਸਟਮ। ਲਾਸਟ ਬੱਚੋ ਜਿਹੜਾ ਹੈ ਅਸੀਂ ਤੁਹਾਨੂੰ ਮੈਂ ਲਾਸਟ ਲੈਕਚਰ 'ਚ ਤੁਹਾਨੂੰ ਮੈਂ ਟੌਪਿਕ ਕਰਵਾਇਆ ਸੀ ਕਿ ਰਾਜਨੀਤਿਕ ਪ੍ਰਣਾਲੀ ਕੀ ਹੈ। ਤੁਹਾਨੂੰ ਇਹਦੇ ਬਾਰੇ ਮੈਂ ਦੱਸਿਆ ਸੀ ਕਿ ਰਾਜਨੀਤਿਕ ਪ੍ਰਣਾਲੀ ਉਹ ਪ੍ਰਣਾਲੀ ਹੈ ਜਿਹੜੀ ਸੱਤਾ ਜਾਂ ਸ਼ਕਤੀ ਦੀ ਵਰਤੋਂ ਕਰਦੀ ਹੈ, ਤੇ ਜਿਹੜੀ ਪੋਲੀਟੀਕਲ ਸਿਸਟਮ ਹੈ ਜਾਂ ਰਾਜਨੀਤਿਕ ਪ੍ਰਣਾਲੀ ਹੈ ਇਹਦੇ ਕੋਲ ਜਿਹੜੀ ਸ਼ਕਤੀ ਹੈ ਉਚਿਤ ਸ਼ਕਤੀ ਹੈ, ਤੇ ਇਸ ਦੁਆਰਾ ਇਸ ਦਾ ਪ੍ਰਮੁੱਖ ਕੰਮ ਕੀ ਹੈ? ਲੋਕਾਂ ਦੀਆਂ ਬਣਾਇਆ ਮੰਗਾਂ ਦੇ ਅਕੋਰਡਿੰਗ ਨੀਤੀਆਂ ਦਾ ਨਿਰਮਾਣ ਕਰਨਾ ਅਤੇ ਇਸ ਦੇ ਦੁਆਰਾ ਬਣਾਈਆਂ ਗਈਆਂ ਨੀਤੀਆਂ ਅਤੇ ਕਾਨੂੰਨਾਂ ਦੀ ਪਾਲਣਾ ਹਰ ਇੱਕ ਨਾਗਰਿਕ ਨੂੰ ਕਰਨੀ ਪੈਂਦੀ ਹੈ, ਨਹੀਂ ਤੇ ਉਹਨਾਂ ਨੂੰ ਕੀ ਦਿੱਤੀ ਜਾ ਸਕਦੀ ਹੈ? ਕਾਨੂੰਨੀ ਦੰਡ ਦਿੱਤਾ ਜਾ ਸਕਦਾ ਹੈ। ਤੇ ਆਪਾਂ ਜਿਹੜੀ 11th ਕਲਾਸ ਹੈ ਉਹਦੇ ਵਿੱਚ ਤੁਹਾਨੂੰ ਰਾਜ ਜਿਹੜਾ ਹੈ ਉਹ ਪੂਰਾ ਟੌਪਿਕ ਕਰਾਇਆ ਗਿਆ ਸੀ ਕਿ ਸਟੇਟ ਕੀ ਹੈ, ਇਹਦੇ ਐਲੀਮੈਂਟਸ ਕੀ ਨੇ। ਸੋ ਇੱਕ ਵਾਰ ਸ਼ਾਰਟ ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਜ ਉਹ ਸੰਸਥਾ ਹੈ ਜਿਸ ਦੀ ਇੱਕ ਨਿਸ਼ਚਿਤ ਭੂਮੀ ਹੈ, ਇੱਕ ਟੈਰੀਟਰੀ ਹੈ। ਰਾਜ ਦੀ ਆਪਣੀ ਇੱਕ ਨਿਸ਼ਚਿਤ ਵਸੋਂ ਹੈ, ਪਾਪੂਲੇਸ਼ਨ ਹੈ। ਰਾਜ ਉਹ ਸੰਸਥਾ ਹੈ ਜਿਸ ਦੀ ਨਿਸ਼ਚਿਤ ਭੂਮੀ ਹੈ, ਉਸਦੀ ਵਸੋਂ ਹੈ ਔਰ ਰਾਜ ਦੀ ਆਪਣੀ ਸਰਕਾਰ ਹੁੰਦੀ ਹੈ। ਔਰ ਜਿਹੜਾ ਰਾਜ ਦਾ ਸਭ ਤੋਂ ਇੰਪੋਰਟੈਂਟ ਜਿਹੜਾ ਐਲੀਮੈਂਟ ਹੈ, ਜਿਹੜਾ ਤੁਹਾਨੂੰ ਮੈਂ ਲਾਸਟ ਈਅਰ ਵੀ ਦੱਸਿਆ ਸੀ, ਉਹ ਹੈ ਪ੍ਰਭੂ ਸੱਤਾ, ਸੋਵਰੈਨਿਟੀ। ਕਿ ਰਾਜ ਅੰਦਰੂਨੀ ਅਤੇ ਬਾਹਰਲੀ ਮਾਮਲਿਆਂ ਵਿੱਚ ਜਿਹੜੀ ਹੈ ਸੋਵਰਨ ਹੁੰਦੀ ਹੈ, ਪ੍ਰਭੂ ਸੱਤਾ ਸੰਪੰਨ ਹੁੰਦੀ ਹੈ। ਆਪਣੇ ਦੇਸ਼ ਦੀਆਂ ਘਰੇਲੂ ਨੀਤੀਆਂ ਤੇ ਅੰਤਰਰਾਸ਼ਟਰੀ ਮਾਮਲਿਆਂ ਤੇ ਜਿਹੜੀਆਂ ਨੀਤੀਆਂ ਨੇ ਉਹ ਬਿਨਾਂ ਕਿਸੇ ਬਾਹਰਲੀ ਸ਼ਕਤੀ ਦੇ ਦਬਾਅ ਤੇ ਅੰਤਰਰਾਸ਼ਟਰੀ ਦਬਾਅ ਤੋਂ ਬਿਨਾਂ ਕਰਦੀ ਹੈ। ਸੋ ਅੱਜ ਜਿਹੜਾ ਮੈਂ ਤੁਹਾਨੂੰ ਟੌਪਿਕ ਕਰਾਉਣ ਜਾ ਰਹੀ ਹਾਂ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਵੀ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਔਰ ਤੁਹਾਨੂੰ ਜਿਹੜਾ ਹੈ ਇਹ 4 ਨੰਬਰ ਦੇ ਵਿੱਚ ਤੁਹਾਨੂੰ ਜਿਹੜਾ ਇਹ ਕੁਐਸਚਨ ਦੇ ਆਉਣ ਦੇ ਕਾਫੀ ਚਾਂਸਿਸ ਨੇ। ਤੇ ਤੁਹਾਨੂੰ ਇਹ ਕਲੈਰਿਟੀ ਰਾਜ ਤੁਸੀਂ ਪਿਛਲੀ ਕਲਾਸ 'ਚ ਪੜ੍ਹਿਆ ਤੇ ਰਾਜਨੀਤਿਕ ਪ੍ਰਣਾਲੀ ਤੁਹਾਨੂੰ ਮੈਂ ਕੱਲ੍ਹ ਦੇ ਟੌਪਿਕਸ ਕਰਵਾ ਚੁੱਕੀ ਹਾਂ। ਸੋ ਇਹਨਾਂ ਵਿੱਚ ਤੁਹਾਨੂੰ ਜਿਹੜਾ ਹੈ ਡਿਫਰੈਂਸ ਮੈਂ ਤੁਹਾਨੂੰ ਕਰਵਾਉਣ ਜਾ ਰਹੀ ਹਾਂ। ਹਾਂਜੀ ਬੱਚੇ, ਕੁਐਸਚਨ ਹੈ ਰਾਜ ਤੇ ਰਾਜਨੀਤਿਕ ਪ੍ਰਣਾਲੀ ਵਿੱਚ ਅੰਤਰ ਲਿਖੋ। ਵਟ ਇਜ਼ ਡਿਫਰੈਂਸ ਬਿਟਵੀਨ ਸਟੇਟ ਐਂਡ ਪੋਲੀਟੀਕਲ ਸਿਸਟਮ। ਆਈ ਹੋਪ ਤੁਹਾਨੂੰ ਕਲੀਅਰਲੀ ਦਿਖ ਰਿਹਾ ਹੈ। ਸਾਰਿਆਂ ਨੇ ਆਪਣੀਆਂ ਨੋਟਬੁੱਕਸ ਤੇ ਪੈਨ ਲੈਣੇ ਨੇ, ਨੋਟ ਡਾਊਨ ਕਰਦੇ ਜਾਣਾ ਹੈ ਟੌਪਿਕ। ਸੋ ਪਹਿਲਾ ਜਿਹੜਾ ਡਿਫਰੈਂਸ ਹੈ, ਰਾਜਨੀਤਿਕ ਪ੍ਰਣਾਲੀ ਦਾ ਜ਼ਰੂਰੀ ਤੱਤ ਸੱਤਾ ਜਾਂ ਸ਼ਕਤੀ ਹੈ ਤੇ ਰਾਜ ਦੇ ਜਿਹੜੇ ਜ਼ਰੂਰੀ ਤੱਤ ਹੈ ਭੂਮੀ, ਸਰਕਾਰ, ਵਸੋਂ ਤੇ ਪ੍ਰਭੂ ਸੱਤਾ। ਹਾਂਜੀ ਬੱਚੇ, ਮੈਂ ਤੁਹਾਨੂੰ ਕੀ ਦੱਸ ਰਹੀ ਸੀ ਕਿ ਰਾਜਨੀਤਿਕ ਪ੍ਰਣਾਲੀ ਤੇ ਰਾਜ ਵਿੱਚ ਪਹਿਲਾ ਅੰਤਰ ਹੈ ਕਿ ਰਾਜਨੀਤਿਕ ਪ੍ਰਣਾਲੀ ਉਹ ਪ੍ਰਣਾਲੀ ਹੈ ਜਿਹੜੀ ਕੋਲ ਸੱਤਾ ਜਾਂ ਸ਼ਕਤੀ ਹੈ। ਇਸ ਦੀ ਇਹ ਸੱਤਾ ਜਾਂ ਸ਼ਕਤੀ ਜਿਹੜੀ ਹੈ ਇਹ ਲੈਜੀਟੀਮੇਟ ਹੈ ਕਿਉਂਕਿ ਲੋਕਾਂ ਨੇ ਖੁਦ ਚੁਣ ਕੇ ਆਪਣੀ ਜਿਹੜੀ ਸਰਕਾਰ ਬਣਾਈ ਹੈ ਜੋ ਰਾਜਨੀਤਿਕ ਪ੍ਰਣਾਲੀ ਨੂੰ ਚਲਾ ਰਹੀ ਹੈ। ਸੋ ਰਾਜਨੀਤਿਕ ਪ੍ਰਣਾਲੀ ਦਾ ਇਹ ਤੱਥ ਹੀ ਇਸ ਨੂੰ ਬਾਕੀਆਂ ਪ੍ਰਣਾਲੀਆਂ ਤੋਂ ਵੱਖਰਾ ਕਰਦਾ ਹੈ, ਡਿਫਰੈਂਟ ਅਲੱਗ ਰੱਖਦਾ ਹੈ, ਸੁਪਰੀਮ ਰੱਖਦਾ ਹੈ। ਸੋ ਰਾਜ ਦੇ ਜਿਹੜੇ 4 ਜ਼ਰੂਰੀ ਤੱਤ ਤੁਹਾਨੂੰ ਦੱਸੇ ਗਏ ਨੇ, ਭੂਮੀ, ਵਸੋਂ, ਸਰਕਾਰ ਤੇ ਚੌਥਾ ਹੈ ਪ੍ਰਭੂ ਸੱਤਾ। ਇੱਥੇ ਰਾਜ ਤੋਂ ਸਾਡਾ ਜਿਹੜਾ ਭਾਵ ਹੈ ਉਹ ਵੱਖ-ਵੱਖ ਕੰਟਰੀਜ਼ ਦਾ ਦੇਸ਼ ਤੋਂ ਹੈ, ਚਾਹੇ ਅਮਰੀਕਾ ਹੈ, ਇੰਗਲੈਂਡ ਹੈ, ਇੰਡੀਆ ਹੈ, ਕੋਈ ਵੀ ਰਾਜ ਹੈ। ਕਿਸੇ ਵੀ ਰਾਜ ਨੂੰ ਰਾਜ ਬਣਨ ਲਈ ਸਭ ਤੋਂ ਪਹਿਲੇ ਕੀ ਚਾਹੀਦਾ? ਉਸਦੀ ਇੱਕ ਨਿਸ਼ਚਿਤ ਭੂਮੀ ਹੈ। ਜਿਵੇਂ ਅਮਰੀਕਾ, ਇੰਗਲੈਂਡ, ਸਾਡੀ ਇੱਕ ਆਪਣੀ ਭੂਮੀ ਹੈ, ਅਮਰੀਕਾ ਦੀ ਆਪਣੀ। ਹਰ ਇੱਕ ਰਾਜ ਦੀ ਆਪਣੀ ਵਸੋਂ ਹੈ ਔਰ ਹਰ ਇੱਕ ਰਾਜ ਦੀ ਉੱਥੇ ਇੱਕ ਸਰਕਾਰ ਜ਼ਰੂਰ ਹੋਏਗੀ। ਔਰ ਜਿਹੜਾ ਸਭ ਤੋਂ ਇੰਪੋਰਟੈਂਟ ਤੱਤ ਹੈ ਜਿਸ ਤੋਂ ਬਿਨਾਂ ਕੋਈ ਰਾਜ ਨਹੀਂ ਬਣਦਾ ਉਹ ਹੈ ਪ੍ਰਭੂ ਸੱਤਾ, ਸੋਵਰੈਨਿਟੀ। ਕਿ ਰਾਜ ਜਿਹੜਾ ਹੈ ਆਪਣੀਆਂ ਘਰੇਲੂ ਨੀਤੀਆਂ ਤੇ ਆਪਣੀ ਬਾਹਰੀ ਨੀਤੀਆਂ, ਅੰਤਰਰਾਸ਼ਟਰੀ ਮਾਮਲਿਆਂ ਤੇ ਜਿਹੜੀਆਂ ਆਪਣੀ ਨੀਤੀਆਂ ਬਣਾਏ, ਆਪਣੀ ਰਾਏ ਰੱਖੇ ਉਹ ਬਿਨਾਂ ਕਿਸੇ ਵਿਦੇਸ਼ੀ ਦਬਾਅ ਤੋਂ। ਫਾਰ ਐਗਜ਼ਾਮਪਲ 1947 15 ਅਗਸਤ ਤੋਂ ਪਹਿਲੇ ਭਾਰਤ ਜਿਹੜਾ ਹੈ ਪ੍ਰਭੂ ਸੱਤਾ ਸੰਪੰਨ ਰਾਜ ਨਹੀਂ ਸੀ ਕਿਉਂਕਿ ਭਾਰਤ ਕੋਲ ਭੂਮੀ ਸੀ, ਵਸੋਂ ਸੀ, ਨਾ ਹੀ ਭਾਰਤ ਦੀ ਆਪਣੀ ਸਰਕਾਰ ਸੀ ਤੇ ਭਾਰਤ ਜਿਹੜਾ ਹੈ ਬ੍ਰਿਟਿਸ਼ ਗਵਰਨਮੈਂਟ ਦੇ ਅੰਡਰ ਜਿਹੜਾ ਹੈ ਭਾਰਤ ਦਾ ਰਾਜਨੀਤਿਕ ਪ੍ਰਣਾਲੀ ਉਹ ਚੱਲ ਰਹੀ ਸੀ। ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਕਿ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋ ਗਿਆ। ਕਿ ਭਾਰਤ ਦੀ ਆਜ਼ਾਦੀ ਨਾਲ ਭਾਰਤ ਪ੍ਰਭੂ ਸੱਤਾ ਸੰਪੰਨ ਰਾਜ ਬਣ ਗਿਆ? ਬਿਲਕੁਲ ਵੀ ਨਹੀਂ, ਕਿਉਂਕਿ ਭਾਰਤ ਆਜ਼ਾਦ ਹੋਣ ਤੋਂ ਬਾਅਦ ਵੀ ਬ੍ਰਿਟਿਸ਼ ਇੰਡੀਆ ਐਕਟ 1935 ਦੇ ਅੰਡਰ ਜਿਹੜਾ ਹੈ ਉਹ ਚੱਲ ਰਿਹਾ ਸੀ। 26 ਜਨਵਰੀ 1950 ਨੂੰ ਜਦੋਂ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਉਦੋਂ ਤੋਂ ਹੀ ਭਾਰਤ ਨੂੰ ਆਪਣਾ ਜਿਹੜਾ ਲਿਖਤ ਦਸਤਾਵੇਜ਼ ਭਾਰਤ ਦੇ ਹੱਥ ਆਇਆ ਤੇ ਭਾਰਤ ਆਪਣੇ ਕਾਨੂੰਨ, ਆਪਣੇ ਲਾਜ਼ ਦੇ ਅਕੋਰਡਿੰਗ, ਆਪਣੇ ਸੰਵਿਧਾਨ ਦੇ ਅਕੋਰਡਿੰਗ ਭਾਰਤ ਦੀ ਰਾਜਨੀਤਿਕ ਪ੍ਰਣਾਲੀ ਚੱਲਣੀ ਸ਼ੁਰੂ ਹੋਈ। ਸੋ ਭਾਰਤ ਜਿਹੜਾ ਰਾਜ ਬਣਿਆ ਹੈ ਉਹ 26 ਜਨਵਰੀ 1950 ਤੋਂ ਬਣਿਆ ਹੈ। ਹਾਂਜੀ, ਅੱਗੇ ਹੈ ਰਾਜਨੀਤਿਕ ਪ੍ਰਣਾਲੀ ਦੀਆਂ ਸੀਮਾਵਾਂ ਜਿਹੜੀਆਂ ਨੇ ਖੇਤਰੀ ਨਹੀਂ ਹੁੰਦੀਆਂ ਹਨ, ਸਗੋਂ ਇਹਨਾਂ ਦੇ ਰੂਪ ਵੱਖਰੇ ਦੇਸ਼ਾਂ 'ਚ ਵੱਖਰੇ ਹੁੰਦੇ ਹਨ। ਜਿਵੇਂ ਕਿ ਭਾਰਤ ਤੇ ਇੰਗਲੈਂਡ ਸੰਸਦੀ ਸ਼ਾਸਨ ਪ੍ਰਣਾਲੀ ਅਤੇ ਅਮਰੀਕਾ 'ਚ ਪ੍ਰਧਾਨਗੀ।
ਤੁਹਾਨੂੰ ਹੋਪ ਕਲੀਅਰਲੀ ਆ ਰਿਹਾ ਹੋਵੇਗਾ। ਤੁਸੀਂ ਆਸਾਨੀ ਨਾਲ ਨੋਟ ਡਾਊਨ ਵੀ ਕਰਦੇ ਜਾ ਸਕਦੇ ਹੋ। ਸੋ ਰਾਜ ਦੀਆਂ ਖੇਤਰੀ ਸੀਮਾਵਾਂ ਹੁੰਦੀਆਂ ਹਨ ਜਿੱਥੋਂ ਇੱਕ ਰਾਜ ਖਤਮ ਹੋ ਕੇ ਦੂਜਾ ਰਾਜ ਸ਼ੁਰੂ ਹੁੰਦਾ ਹੈ। ਫਿਰ ਦੇਖ ਲਓ, ਰਾਜਨੀਤਿਕ ਪ੍ਰਣਾਲੀ ਦੀਆਂ ਸੀਮਾਵਾਂ ਖੇਤਰੀ ਨਹੀਂ ਹੁੰਦੀਆਂ ਨੇ। ਰਾਜ ਦੀਆਂ ਸੀਮਾਵਾਂ ਖੇਤਰੀ ਹੁੰਦੀਆਂ ਨੇ ਜਿੱਥੋਂ ਇੱਕ ਰਾਜ ਖਤਮ ਹੋ ਕੇ ਦੂਜਾ ਰਾਜ ਸ਼ੁਰੂ ਹੁੰਦਾ ਹੈ। ਹਾਂਜੀ ਬੱਚੇ, ਆਪਾਂ ਦੂਜਾ ਡਿਫਰੈਂਸ ਜਿਹੜਾ ਕੀਤਾ ਹੈ ਕਿ ਰਾਜਨੀਤਿਕ ਪ੍ਰਣਾਲੀ ਦੀਆਂ ਕੋਈ ਵੀ ਖੇਤਰੀ ਸੀਮਾਵਾਂ ਨਹੀਂ ਹੁੰਦੀਆਂ, ਰਾਜ ਦੀਆਂ ਹੁੰਦੀਆਂ ਨੇ। ਅਫਕੋਰਸ ਇੱਕ ਰਾਜ ਦੀ ਖੇਤਰੀ ਸੀਮਾ ਹੁੰਦੀ ਹੈ ਜਿੱਥੋਂ ਇੱਕ ਰਾਜ ਖਤਮ ਹੋ ਕੇ ਦੂਜਾ ਸ਼ੁਰੂ ਹੁੰਦਾ ਹੈ। ਭਾਰਤ ਦੀ ਜਿਹੜੀ ਸੀਮਾ ਹੈ ਜਿੱਥੇ ਖਤਮ ਹੁੰਦੀ ਹੈ ਭਾਰਤ ਦਾ ਗੁਆਂਢੀ ਦੇਸ਼ ਪਾਕਿਸਤਾਨ ਸ਼ੁਰੂ ਹੋ ਜਾਂਦਾ ਹੈ। ਅਮਰੀਕਾ ਹੈ, ਅਮਰੀਕਾ ਦੀ ਇੱਕ ਨਿਸ਼ਚਿਤ ਭੂਮੀ ਹੈ, ਇੱਕ ਸੀਮਾ ਹੈ। ਹਰ ਇੱਕ ਦੇਸ਼ ਦੀ ਇੱਕ ਬਾਉਂਡਰੀ ਹੈ, ਇੱਕ ਸੀਮਾ ਹੈ ਜਿੱਥੋਂ ਜਿਹੜਾ ਰਾਜ ਹੈ ਖਤਮ ਹੋ ਕੇ ਇੱਕ ਨਵਾਂ ਕੰਟਰੀ, ਨਵਾਂ ਰਾਜ ਜਿਹੜਾ ਹੈ ਸ਼ੁਰੂ ਹੋ ਜਾਂਦਾ ਹੈ। ਪਰੰਤੂ ਰਾਜਨੀਤਿਕ ਪ੍ਰਣਾਲੀ ਦੀ ਕੋਈ ਵੀ ਖੇਤਰੀ ਸੀਮਾ ਨਹੀਂ ਹੈ। ਰਾਜਨੀਤਿਕ ਪ੍ਰਣਾਲੀ ਦਾ ਰੂਪ ਹੁੰਦਾ ਹੈ ਕਿਸ ਦੇਸ਼ ਦੇ ਵਿੱਚ ਇਹ ਸੰਸਦੀ ਸ਼ਾਸਨ ਪ੍ਰਣਾਲੀ ਪਾਈ ਜਾਂਦੀ ਹੈ, ਕਿਧਰੇ ਪ੍ਰਧਾਨਗੀ ਸ਼ਾਸਨ ਪ੍ਰਣਾਲੀ, ਵੱਖਰੇ ਕਿਤੇ ਜਿਹੜਾ ਹੈ ਕੁਐਸੀ ਅਰਧ ਸੰਘਾਤਮਕ ਕੁਐਸੀ ਫੈਡਰਲਿਜ਼ਮ ਪਾਇਆ ਜਾਂਦਾ ਹੈ। ਭਾਰਤ ਵਿੱਚ ਇੰਗਲੈਂਡ ਵਰਗੇ ਦੇਸ਼ਾਂ ਸੰਸਦੀ ਸ਼ਾਸਨ ਪ੍ਰਣਾਲੀ ਹੈ ਤੇ ਅਮਰੀਕਾ ਜਿਹੜੀ ਹੈ ਪ੍ਰਧਾਨਗੀ। ਸੋ ਇਹ ਬੜਾ ਕਲੀਅਰ ਪੁਆਇੰਟ ਹੋ ਗਿਆ ਹੋਵੇਗਾ। ਰਾਜ ਦੀ ਕੋਈ ਜਿਹੜੀ ਰਾਜ ਦੀ ਹੈ ਉਹ ਖੇਤਰੀ ਸੀਮਾ ਹੁੰਦੀ ਹੈ ਤੇ ਰਾਜਨੀਤਿਕ ਪ੍ਰਣਾਲੀ ਦੀ ਕੋਈ ਵੀ ਖੇਤਰੀ ਸੀਮਾ ਨਹੀਂ ਹੁੰਦੀ। ਸੋ ਵੀ ਵਿਲ ਮੂਵ ਨਾਓ ਟੂ ਥਰਡ ਡਿਫਰੈਂਸ। ਰਾਜਨੀਤਿਕ ਪ੍ਰਣਾਲੀ ਦਾ ਪ੍ਰਮੁੱਖ ਕੰਮ ਨਿਵੇਸ਼ਾਂ ਨੂੰ ਨਿਕਾਸਾਂ ਵਿੱਚ ਬਦਲਣਾ ਹੈ। ਰਾਜਨੀਤਿਕ ਪ੍ਰਣਾਲੀ ਦਾ ਪ੍ਰਮੁੱਖ ਕੰਮ ਨਿਵੇਸ਼ਾਂ ਨੂੰ ਨਿਕਾਸਾਂ ਵਿੱਚ ਬਦਲਣਾ ਹੈ। ਕਰ ਲਿਆ ਤੁਸੀਂ ਨੋਟ ਡਾਊਨ? ਰਾਜ ਦਾ ਪ੍ਰਮੁੱਖ ਕੰਮ ਲੋਕਾਂ ਦੇ ਜੀਵਨ ਲਈ ਕਲਿਆਣਕਾਰੀ ਕੰਮ ਕਰਨਾ ਹੈ, ਉਹਨਾਂ ਦੇ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨਾ ਹੈ। ਹਾਂਜੀ ਬੱਚੇ, ਜਿਹੜਾ ਆਪਾਂ ਡਿਫਰੈਂਸ ਕੀਤਾ ਹੈ ਉਹ ਹੈ ਰਾਜਨੀਤਿਕ ਪ੍ਰਣਾਲੀ ਦਾ ਪ੍ਰਮੁੱਖ ਕੰਮ ਨਿਵੇਸ਼ਾਂ ਨੂੰ ਨਿਕਾਸਾਂ 'ਚ ਬਦਲਣਾ ਹੈ। ਕਿਸੇ ਵੀ ਦੇਸ਼ ਦਾ ਪੋਲੀਟੀਕਲ ਸਿਸਟਮ ਹੋਇਆ ਦਾ ਪ੍ਰਮੁੱਖ ਕੰਮ ਕੀ ਹੈ? ਨਿਵੇਸ਼ ਕੀ ਨੇ? ਡੇਵਿਡ ਈਸਟਨ ਹੈ, ਆਪਾਂ ਨੈਕਸਟ ਚੈਪਟਰ 'ਚ ਪੜਾਂਗੇ, ਪੋਲੀਟੀਕਲ ਥਿੰਕਰ। ਡੇਵਿਡ ਈਸਟਨ ਨੇ ਜਿਹੜਾ ਹੈ ਰਾਜਨੀਤਿਕ ਪ੍ਰਣਾਲੀ ਦੇ ਕੰਮਾਂ ਦਾ ਵਰਣਨ ਕੀਤਾ ਹੈ। ਉਸਨੇ ਕੀ ਕਿਹਾ ਹੈ ਕਿ ਹਰ ਇੱਕ ਰਾਜਨੀਤਿਕ ਪ੍ਰਣਾਲੀ ਦੇ ਲੋਕ ਆਪਣੀ ਜਿਹੜੀ ਰਾਜਨੀਤਿਕ ਪ੍ਰਣਾਲੀ ਤੋਂ ਕੁਝ ਮੰਗਾਂ ਕਰਦੇ ਨੇ। ਇਹ ਜਿਹੜੀਆਂ ਮੰਗਾਂ ਨੇ ਉਸ ਨੂੰ ਉਸਨੇ ਨਿਵੇਸ਼ ਕੰਮ ਦਾ ਨਾਮ ਦਿੱਤਾ ਹੈ, ਇਨਪੁਟ ਫੰਕਸ਼ਨ। ਤੇ ਉਹਨਾਂ ਮੰਗਾਂ ਨੂੰ ਧਿਆਨ 'ਚ ਰੱਖ ਕੇ ਰਾਜਨੀਤਿਕ ਪ੍ਰਣਾਲੀ ਜਿਹੜੇ ਨਿਰਣੇ ਜਾਂ ਨੀਤੀਆਂ ਬਣਾਉਂਦੀ ਹੈ ਉਸ ਨੂੰ ਡੇਵਿਡ ਈਸਟਨ ਨੇ ਨਿਕਾਸ ਕੰਮਾਂ ਦਾ ਨਾਮ ਦਿੱਤਾ ਹੈ। ਸੋ ਡੇਵਿਡ ਈਸਟਨ ਦਾ ਇਹੀ ਵਾਲਾ ਜਿਹੜਾ ਹੈ, ਇਹਨਾਂ ਦਿੱਤੇ ਗਏ ਕੰਮਾਂ ਨੂੰ ਅਸੀਂ ਡਿਫਰੈਂਸ ਬਣਾਉਂਦੇ ਹਾਂ। ਸੋ ਆਪਾਂ ਜਨਰਲੀ ਵੀ ਐਨਾਲਾਈਜ਼ ਕਰ ਲਈਏ ਕਿ ਰਾਜਨੀਤਿਕ ਪ੍ਰਣਾਲੀ ਦਾ ਪ੍ਰਮੁੱਖ ਕੰਮ ਕੀ ਹੈ। ਲੋਕਾਂ ਦੁਆਰਾ ਜਿਹੜੀਆਂ ਆਪਣੀ ਰਾਜਨੀਤਿਕ ਪ੍ਰਣਾਲੀ ਤੋਂ ਮੰਗਾਂ ਨੇ, ਐਕਸਪੈਕਟੇਸ਼ਨ ਨੇ, ਉਹਨਾਂ ਨੂੰ ਧਿਆਨ 'ਚ ਰੱਖ ਕੇ ਲੋਕਾਂ ਦੇ ਲਈ ਨੀਤੀਆਂ ਤੇ ਨਿਰਣੇ ਬਣਾਉਣਾ ਹੀ ਰਾਜਨੀਤਿਕ ਪ੍ਰਣਾਲੀ ਦਾ ਪ੍ਰਮੁੱਖ ਕੰਮ ਹੈ। ਦੂਜੇ ਪਾਸੇ ਹੁਣ ਰਾਜ ਦਾ ਪ੍ਰਮੁੱਖ ਕੰਮ ਕੀ ਹੈ? ਵਰਤਮਾਨ ਸਮੇਂ ਜਿਹੜਾ ਰਾਜ ਹੈ ਉਹ ਇੱਕ ਕਲਿਆਣਕਾਰੀ ਰਾਜ ਦੀ ਧਾਰਨਾ ਹੈ, ਵੈਲਫੇਅਰ ਸਟੇਟ ਦੀ ਕਨਸੈਪਟ ਚੱਲ ਰਿਹਾ ਹੈ। ਜਿਹੜਾ ਰਾਜ ਦਾ ਪ੍ਰਮੁੱਖ ਕੰਮ ਕੀ ਹੈ? ਸਮੁੱਚੇ ਸਮਾਜ ਦੀ ਭਲਾਈ ਕਰਨਾ, ਲੋਕਾਂ ਦੇ ਜੀਵਨ ਦੇ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨਾ। ਚਾਹੇ ਸਾਡੀ ਜਿਹੜੀ ਇਸ ਟਾਈਮ ਜਿਹੜਾ ਹੈ 21st ਸੈਂਚੁਰੀ ਹੈ, 1991 ਤੋਂ ਜਿਹੜਾ ਹੈ ਲਿਬਰਲਿਜ਼ਮ ਉਦਾਰਵਾਦ ਦਾ ਬੋਲਬਾਲਾ ਹੈ, ਉਦਾਰਵਾਦ ਦੀ ਵਿਚਾਰਧਾਰਾ ਹੈ, ਖੁੱਲੀ ਅਰਥ ਵਿਵਸਥਾ ਹੈ, ਪੂੰਜੀਵਾਦ ਦਾ ਬੋਲਬਾਲਾ ਹੈ। ਪਰੰਤੂ ਇਸ ਦੇ ਨਾਲ ਨਾਲ ਹੀ ਭਾਰਤ ਨੇ ਜਿਹੜੀ ਹੈ, ਭਾਰਤ ਵਿੱਚ ਉਦਾਰਵਾਦ ਤੇ ਸਾਮਵਾਦ ਦੀ ਵਿਚਾਰਧਾਰਾ ਦਾ ਮਿਸ਼ਰਣ ਅਪਣਾਇਆ ਗਿਆ ਹੈ। ਭਾਵ ਜਿੱਥੇ ਪੂੰਜੀਪਤੀਆਂ ਨੂੰ ਦੇਸ਼ ਦੀ ਅਰਥ ਵਿਵਸਥਾ ਵਿਕਸਿਤ ਕਰਨ ਦੇ ਲਈ ਖੁੱਲੀ ਅਰਥ ਵਿਵਸਥਾ ਦੀ ਵਿਵਸਥਾ ਕੀਤੀ ਗਈ ਹੈ, ਉਸ ਦੇ ਨਾਲ ਨਾਲ ਹੀ ਭਾਰਤ ਦੇ ਵਿੱਚ ਜਿਹੜੇ ਪਛੜੇ ਤਬਕੇ ਦੇ ਲੋਕ ਨੇ, ਵੀਕਰ ਸੈਕਸ਼ਨ ਨੇ, ਚਾਹੇ ਉਹ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਜਾਂ ਇਨਕਮ ਦੇ ਬੇਸ ਤੋਂ ਜਿਹੜੇ ਬਿਲੋ ਪਾਵਰਟੀ ਲਾਈਨਸ ਨੇ, ਉਹਨਾਂ ਦੇ ਲਈ ਰਾਜ ਜਿਹੜੀ ਹੈ ਉਹ ਕੀ ਕਰਦੀ ਹੈ? ਉਹਨਾਂ ਦੇ ਲੋਕ ਭਲਾਈ ਦੇ ਲਈ ਬਹੁਤ ਸਾਰੀਆਂ ਸਕੀਮਾਂ ਬਣਾਉਂਦੀ ਹੈ। ਇਹ ਰਾਜ ਦਾ ਜਿਹੜਾ ਪ੍ਰਮੁੱਖ ਕੰਮ ਹੈ ਲੋਕਾਂ ਦੇ ਲਈ ਕਲਿਆਣਕਾਰੀ ਸਕੀਮਾਂ ਬਣਾਉਣਾ, ਉਹਨਾਂ ਦੇ ਜੀਵਨ ਦੀ ਭਲਾਈ ਕਰਨਾ ਤੇ ਮੇਨ ਜੀਵਨ ਟੂ ਹਿੰਡਰ ਦੀ ਹਿੰਡਰੈਂਸ ਫॉर ਗੁੱਡ ਲਾਈਫ, ਤੇ ਲੋਕਾਂ ਦੇ ਜੀਵਨ ਦੇ ਰਸਤੇ ਵਿੱਚ ਜਿਹੜੀਆਂ ਆਉਣ ਵਾਲੀਆਂ ਰੁਕਾਵਟਾਂ ਉਸ ਨੂੰ ਦੂਰ ਕਰਨਾ ਜਿਹੜਾ ਹੈ ਰਾਜ ਦਾ ਪ੍ਰਮੁੱਖ ਕੰਮ ਹੈ। ਸੋ ਤੁਹਾਨੂੰ ਇਹ ਤਿੰਨ ਡਿਫਰੈਂਸ ਬੜੇ ਅੱਛੇ ਤਰੀਕੇ ਨਾਲ ਕਲੀਅਰ ਹੋ ਗਏ ਹੋਣਗੇ। ਹੁਣ ਆਪਾਂ ਫੋਰਥ ਡਿਫਰੈਂਸ ਵੱਲ ਜਾਂਦੇ ਹਾਂ। ਰਾਜਨੀਤਿਕ ਪ੍ਰਣਾਲੀ ਤੇ ਸਮਾਜ ਦੇ ਅੰਦਰਲੇ ਅਤੇ ਬਾਹਰਲੇ ਵਾਤਾਵਰਣ ਦਾ ਪ੍ਰਭਾਵ ਪੈਂਦਾ ਹੈ। ਨੋਟ ਕਰ ਲੈਣਾ ਬੱਚੇ, ਰਾਜਨੀਤਿਕ ਪ੍ਰਣਾਲੀ ਤੇ ਸਮਾਜ ਦੇ ਅੰਦਰਲੇ ਅਤੇ ਬਾਹਰਲੇ ਵਾਤਾਵਰਣ ਦਾ ਪ੍ਰਭਾਵ ਪੈਂਦਾ ਹੈ। ਰਾਜ ਲਈ ਅੰਦਰੂਨੀ ਅਤੇ ਬਾਹਰੀ ਪ੍ਰਭੂ ਸੱਤਾ ਦਾ ਹੋਣਾ ਜ਼ਰੂਰੀ ਹੈ। ਰਾਜ ਲਈ ਕਿਸ ਦਾ ਹੋਣਾ ਜ਼ਰੂਰੀ ਹੈ? ਅੰਦਰੂਨੀ ਤੇ ਬਾਹਰੀ ਪ੍ਰਭੂ ਸੱਤਾ ਦਾ। ਹਾਂਜੀ ਬੱਚੇ, ਆਪਾਂ ਜਿਹੜਾ ਅੱਗੇ ਨੈਕਸਟ ਡਿਫਰੈਂਸ ਕੀਤਾ ਉਹ ਕੀਤਾ ਹੈ ਰਾਜਨੀਤਿਕ ਪ੍ਰਣਾਲੀ
ਜਿਹੜਾ ਹੈ ਕੋਈ ਵੀ ਆਪਾਂ ਪਿਛਲੇ ਟੌਪਿਕ 'ਚ ਵੀ ਕੀਤਾ ਸੀ ਕਿ ਜਿਹੜੀ ਰਾਜਨੀਤਿਕ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ 'ਚ ਕਿ ਉਸ 'ਤੇ ਸਮਾਜ ਦੇ ਅੰਦਰਲੇ ਅਤੇ ਬਾਹਰਲੇ ਵਾਤਾਵਰਣ ਦਾ ਪ੍ਰਭਾਵ ਪੈਂਦਾ ਹੈ। ਹਰ ਇੱਕ ਦੇਸ਼ ਦੇ ਵਿੱਚ ਵੱਖਰੀ ਰਾਜਨੀਤਿਕ ਪ੍ਰਣਾਲੀ ਹੈ। ਅਮਰੀਕਾ ਦਾ ਪੋਲੀਟੀਕਲ ਸਿਸਟਮ ਇਜ਼ ਡਿਫਰੈਂਟ ਫਰੋਮ ਇੰਡੀਆ। ਉੱਥੇ ਪ੍ਰਧਾਨਗੀ ਸ਼ਾਸਨ ਪ੍ਰਣਾਲੀ ਹੈ ਅਤੇ ਭਾਰਤ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਹੈ। ਤੇ ਰਾਜਨੀਤਿਕ ਪ੍ਰਣਾਲੀ ਨੇ ਆਪਣੇ ਦੇਸ਼ ਦੀ ਹਰ ਇੱਕ ਦੇਸ਼ ਦੀ ਰਾਜਨੀਤਿਕ ਪ੍ਰਣਾਲੀ ਨੇ ਆਪਣੇ ਦੇਸ਼ ਦੇ ਘਰੇਲੂ ਹਾਲਾਤ, ਘਰੇਲੂ ਵਾਤਾਵਰਨ, ਲੋਕਾਂ ਦੀਆਂ ਡਿਮਾਂਡਸ ਕੀ ਨੇ, ਉਹਨਾਂ ਨੂੰ ਧਿਆਨ 'ਚ ਰੱਖ ਕੇ ਨੀਤੀਆਂ ਬਣਾਉਣੀਆਂ। ਭਾਰਤ ਦੇ ਵਿੱਚ ਵੱਖ-ਵੱਖ ਧਰਮ, ਜਾਤ, ਭਾਸ਼ਾ ਦੇ ਲੋਕ ਪਾਏ ਜਾਂਦੇ ਨੇ। ਭਾਰਤ ਜਦੋਂ ਵੀ ਕੋਈ ਨੀਤੀ ਬਣਦੀ ਹੈ ਤੇ ਜਿਹੜੇ 29 ਰਾਜ ਨੇ, ਹਰ ਇੱਕ ਰਾਜ ਦਾ ਜਿਹੜਾ ਹੈ ਖੇਤਰੀ ਜਿਹੜਾ ਵਿਕਾਸ ਹੈ ਉਹ ਸੰਤੁਲਿਤ ਕਰਨਾ ਹੈ, ਬੈਲੈਂਸ ਕਰਨਾ ਹੈ। ਇਸ ਚੀਜ਼ ਨੂੰ ਧਿਆਨ 'ਚ ਰੱਖ ਕੇ ਜਿਹੜਾ ਹੈ ਪਾਲਿਸੀਜ਼ ਬਣਦੀਆਂ ਨੇ। ਤੇ ਅਮਰੀਕਾ ਆਪਣੇ ਉਹਨਾਂ ਦੇ ਜਿਹੜੇ ਡੋਮੈਸਟਿਕ ਜਿਹੜੇ ਜੋ ਵੀ ਹਾਲਾਤ ਨੇ ਉਹਨਾਂ ਨੂੰ ਧਿਆਨ 'ਚ ਰੱਖ ਕੇ ਪਾਲਿਸੀਜ਼ ਬਣਾਉਂਦਾ ਹੈ। ਬਟ ਆਪਣੇ ਘਰੇਲੂ ਵਾਤਾਵਰਨ ਦੇ ਨਾਲ ਨਾਲ ਸਾਡੇ ਦੇਸ਼ ਦਾ ਬਾਹਰਲੀ ਵਾਤਾਵਰਨ ਕੀ ਹੈ, ਸਪੋਜ਼ ਇੰਟਰਨੈਸ਼ਨਲ ਜਿਹੜਾ ਹੈ ਇਨਵਾਇਰਮੈਂਟ ਹੈ, ਅੰਤਰਰਾਸ਼ਟਰੀ ਵਾਤਾਵਰਨ 'ਚ ਇੱਕ ਦੇਸ਼ ਦੀ ਚਾਹੇ ਉਹ ਅਰਥ ਵਿਵਸਥਾ ਦੇ ਵਿੱਚ, ਚਾਹੇ ਦੋ ਦੇਸ਼ਾਂ ਦੇ ਵਿਚਕਾਰ ਯੁੱਧ ਲੱਗ ਜਾਏ, ਉਸਦੇ ਜਦੋਂ ਇਸ ਤਰੀਕੇ ਦੀ ਕੋਈ ਵੀ ਘਟਨਾ ਵਾਪਰਦੀ ਹੈ ਤੇ ਹਰੇਕ ਦੇਸ਼ ਨੂੰ ਆਪਣੀ ਘਰੇਲੂ ਨੀਤੀ ਦੇ ਵਿੱਚ ਵੀ ਚੇਂਜ ਕਰਨਾ ਪੈਂਦਾ ਹੈ। ਕਿਉਂਕਿ ਜਿਹੜਾ ਅੱਜ ਦਾ ਯੁੱਗ ਹੈ ਗਲੋਬਲਾਈਜੇਸ਼ਨ ਦਾ ਜਿਹੜੀ ਦੌਰ ਚੱਲ ਰਿਹਾ ਹੈ, ਵਿਸ਼ਵੀਕਰਨ ਹੈ। ਕੋਈ ਵੀ ਦੇਸ਼ ਜਿਹੜਾ ਹੈ ਕੱਲਾ ਮੈਨ ਇਜ਼ ਸੋਸ਼ਲ ਐਨੀਮਲ, ਇਹ ਅੰਤਰਰਾਸ਼ਟਰੀ ਜਿਹੜੀ ਹੈ ਬਾਉਂਡਰੀਜ਼ ਨੂੰ ਤੋੜ ਕੇ ਇਹ ਵਾਲੀ ਧਾਰਨਾ ਇੱਥੇ ਵੀ ਨਿਕਲਦੀ ਹੈ। ਕੋਈ ਵੀ ਦੇਸ਼ ਕੱਲਾ ਸਰਵਾਈਵ ਨਹੀਂ ਕਰ ਸਕਦਾ ਹੈ। ਇੱਕ ਦੇਸ਼ ਦੇ ਵਿੱਚ ਵਾਪਰਨ ਵਾਲੀ ਘਟਨਾ ਜਿਹੜੀ ਹੈ ਉਹ ਦੂਜੇ ਦੇਸ਼ ਦੀ ਪਾਲਿਸੀ ਮੇਕਿੰਗ ਤੇ ਜ਼ਰੂਰ ਇਫੈਕਟ ਪਾਉਂਦੀ ਹੈ। ਸੋ ਜਿਵੇਂ ਕਿ ਕੋਵਿਡ-19 ਦੀ ਐਗਜ਼ਾਮਪਲ ਤੁਹਾਨੂੰ ਪਹਿਲਾਂ ਵੀ ਦੇ ਚੁੱਕੀ ਹੈ। ਕਰੋਨਾ ਇੱਕ ਐਸੀ ਮਹਾਮਾਰੀ ਹੈ, ਇਸਨੇ ਕੋਈ ਬਾਉਂਡਰੀਜ਼ ਨਹੀਂ ਦੇਖੀਆਂ, ਪੂਰੇ ਵਿਸ਼ਵ ਦੇ ਵਿੱਚ ਫੈਲ ਗਈ ਹੈ। ਹਰੇਕ ਦੇਸ਼ ਦੀ ਅਰਥ ਵਿਵਸਥਾ, ਉੱਥੋਂ ਦੀਆਂ ਜਿਹੜੀਆਂ ਆਪਣੀਆਂ ਰਾਜਨੀਤਿਕ ਘਰੇਲੂ ਨੀਤੀਆਂ ਨੇ, ਹਰ ਇੱਕ ਚੀਜ਼ ਦੇ ਵਿੱਚ ਜਿਹੜਾ ਹੈ ਉਹ ਚੇਂਜ ਆਇਆ ਹੈ। ਸੋ ਐਸੇ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਗਲੋਬਲਾਈਜੇਸ਼ਨ ਦਾ ਟਾਈਮ ਹੈ। ਵੈਸੇ ਵੀ ਰਾਜਨੀਤਿਕ ਪ੍ਰਣਾਲੀ ਜਿਹੜੀ ਹੈ ਆਪਣੇ ਇੱਕ ਅੰਦਰੂਨੀ ਤੇ ਬਾਹਰਲੀ ਵਾਤਾਵਰਨ ਨੂੰ ਧਿਆਨ 'ਚ ਰੱਖ ਕੇ ਕੀ ਸਰਕਮਸਟੈਂਸਿਸ, ਕੈਸੀਆਂ ਘਟਨਾਵਾਂ ਹੋ ਰਹੀਆਂ ਨੇ, ਉਹ ਪਾਲਿਸੀ ਮੇਕਿੰਗ ਤੇ ਇਫੈਕਟ ਪਾਉਂਦੀਆਂ ਨੇ। ਸੋ ਰਾਜ ਦੇ ਲਈ ਜਿਹੜਾ ਜ਼ਰੂਰੀ ਤੱਤ ਹੈ ਅੰਦਰੂਨੀ ਤੇ ਬਾਹਰਲੀ ਪ੍ਰਭੂਸੱਤਾ, ਇਹ ਵੀ ਤੁਹਾਨੂੰ ਮੈਂ ਦੱਸ ਚੁੱਕੀ ਹਾਂ ਕਿ ਰਾਜ ਦੇ 4 ਕੰਪੋਨੈਂਟ ਨੇ, ਉਹ ਐਲੀਮੈਂਟਸ ਹੈਗੇ ਨੇ ਭੂਮੀ, ਵਸੋਂ, ਸਰਕਾਰ ਤੇ ਮੋਸਟ ਇੰਪੋਰਟੈਂਟ ਹੈ ਬਾਹਰਲੀ ਪ੍ਰਭੂਸੱਤਾ। ਅੰਦਰੂਨੀ ਤੇ ਬਾਹਰੀ ਦੇ 2 ਰੂਪ ਨੇ। ਅੰਦਰੂਨੀ ਹੈ ਕਿ ਦੇਸ਼ ਆਪਣੀਆਂ ਘਰੇਲੂ ਨੀਤੀਆਂ ਜਿਹੜੀਆਂ ਨੇ ਬਿਨਾਂ ਕਿਸੇ ਬਾਹਰੀ ਦਬਾਅ ਤੋਂ ਬਣਾਉਂਦਾ ਹੈ, ਤੇ ਬਾਹਰਲੀ ਪ੍ਰਭੂਸੱਤਾ ਕਿ ਬਾਕੀ ਦੇਸ਼ਾਂ ਨਾਲ ਅੰਤਰਰਾਸ਼ਟਰੀ ਮੁੱਦਿਆਂ ਤੇ ਕੋਈ ਵੀ ਦੇਸ਼ ਜਦੋਂ ਆਪਣੀ ਰਾਏ ਦੇਗਾ ਬਿਨਾਂ ਕਿਸੇ ਬਾਹਰਲੀ ਦਬਾਅ ਦੇ। ਭਾਰਤ ਜਦੋਂ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ, ਉਦੋਂ ਭਾਰਤ ਪ੍ਰਭੂਸੱਤਾ ਸੰਪੰਨ ਰਾਜ ਨਹੀਂ ਸੀ। ਇਹ ਸੋਵਰਨ ਕਦੋਂ ਹੋਇਆ? ਜਦੋਂ 26 ਜਨਵਰੀ 1950 ਨੂੰ ਭਾਰਤ ਦਾ ਜਿਹੜਾ ਆਪਣਾ ਹੀ ਸੰਵਿਧਾਨ ਲਾਗੂ ਹੋ ਗਿਆ ਸੀ। ਹਾਂਜੀ ਬੱਚੇ, ਜਿਹੜੀ ਰਾਜਨੀਤਿਕ ਪ੍ਰਣਾਲੀ ਦੀ ਧਾਰਨਾ ਹੈ ਆਧੁਨਿਕ ਧਾਰਨਾ ਹੈ ਤੇ ਰਾਜ ਇੱਕ ਪੁਰਾਣੀ ਧਾਰਨਾ ਹੈ। ਕਿਵੇਂ ਹੈ? ਜਿਹੜੀ ਰਾਜ ਹੈ ਇਹ ਤੁਹਾਨੂੰ ਮੈਂ ਜਿਹੜੀ ਪਹਿਲੇ ਵੀ ਦੱਸਿਆ ਹੈ ਸ਼ਾਇਦ ਕਿ ਪੋਲੀਟੀਕਲ ਸਾਇੰਸ ਦੇ 2 ਰੂਪ ਨੇ, ਪਰੰਪਰਾਵਾਦੀ ਤੇ ਆਧੁਨਿਕ। ਜਿਹੜਾ ਪਰੰਪਰਾਵਾਦੀ ਰਾਜਨੀਤੀ ਸ਼ਾਸਤਰ ਹੈ 19ਵੀਂ ਸਦੀ 'ਚ ਹੋਂਦ 'ਚ ਆਇਆ ਸੀ। ਰਾਜ ਇਸ ਦਾ ਹੀ ਕੰਸੈਪਟ ਸੀ। ਜਿਹੜਾ ਪਰੰਪਰਾਵਾਦੀ ਰਾਜਨੀਤੀ ਸ਼ਾਸਤਰ ਹੈ ਉਹ ਰਾਜ ਅਤੇ ਸਰਕਾਰ ਦੇ ਫਾਰਮਲ ਢਾਂਚਿਆਂ ਦਾ ਅਧਿਐਨ ਕਰਦਾ ਸੀ। ਰਸਮੀ ਢਾਂਚੇ, ਕਾਰਜਪਾਲਿਕਾ, ਵਿਧਾਨ ਪਾਲਿਕਾ, ਨਿਆਂਪਾਲਿਕਾ, ਇਹਨਾਂ ਦੀਆਂ ਸ਼ਕਤੀਆਂ ਕੀ ਨੇ, ਸਰਕਾਰ ਕਿਵੇਂ ਬਣਦੀ ਹੈ, ਕਿਵੇਂ ਕੰਮ ਕਰਦੀ ਹੈ। ਪਰੰਤੂ ਇਸ ਨੂੰ ਆਪਾਂ ਜਿਹੜਾ ਹੈ ਤੁਲਨਾਤਮਕ ਸਰਕਾਰ ਦਾ ਨਾਮ ਵੀ ਦਿੰਦੇ ਨੇ। ਤੇ ਰਾਜ ਦਾ ਜਿਹੜਾ ਵਿਸ਼ਾ ਹੈ ਇਸੇ ਪਰੰਪਰਾਵਾਦੀ ਧਾਰਨਾ ਦੇ ਅੰਦਰ ਆਉਂਦਾ ਹੈ। ਸੋ ਰਾਜਨੀਤਿਕ ਪ੍ਰਣਾਲੀ ਜਿਹੜੀ ਹੈ ਆਧੁਨਿਕ ਧਾਰਨਾ, ਇਸ ਦਾ ਆਗਮਨ 20ਵੀਂ ਸਦੀ 'ਚ ਹੋਇਆ। ਜਿਹੜਾ ਹੈ ਇਸ ਦੇ ਵਿੱਚ ਗ੍ਰਾਹਮ ਵਾਲਸ ਦੀ ਕਿਤਾਬ ਆਈ ਸੀ ਹਿਊਮਨ ਨੇਚਰ ਇਨ ਪੋਲਿਟਿਕਸ, ਅਰਥਰ ਬੈਂਟਲੇ ਦੀ ਆਈ ਸੀ ਪ੍ਰੋਸੈਸ ਆਫ ਗਵਰਨਮੈਂਟ, ਤੇ ਡੇਵਿਡ ਈਸਟਨ, ਗੈਬਰੀਅਲ ਆਰਮੰਡ ਵਰਗੇ ਜਿਹੜੇ ਰਾਜਨੀਤਿਕ ਵਿਗਿਆਨੀ ਸੀ ਉਹਨਾਂ ਨੇ ਆਧੁਨਿਕ ਰਾਜਨੀਤਿਕ ਧਾਰਨਾ ਨੂੰ ਵਿਕਸਿਤ ਕਰਨ 'ਚ ਕਾਫੀ ਜਿਹੜਾ ਹੈ ਕੰਟਰੀਬਿਊਸ਼ਨ ਦਿੱਤਾ ਹੈ। ਸੋ ਜਿਹੜੀ ਆਧੁਨਿਕ ਰਾਜਨੀਤਿਕ ਪ੍ਰਣਾਲੀ ਦੀ ਧਾਰਨਾ ਹੈ ਉਹ ਆਪਣੇ ਆਪ ਸਭ ਕੁਝ ਸਮੇਟ ਲੈਂਦੀ ਹੈ। ਇਹ ਰਾਜ ਅਤੇ ਸਰਕਾਰ ਦੇ ਰਸਮੀ ਢਾਂਚਿਆਂ ਦਾ ਅਧਿਐਨ ਹੀ ਨਹੀਂ ਕਰਦੀ, ਬਲਕਿ ਉਹਨਾਂ ਸਾਰੇ ਗੈਰ ਰਸਮੀ ਢਾਂਚੇ, ਹਿੱਤ ਸਮੂਹ, ਦਬਾਅ ਸਮੂਹ ਤੇ ਅਸਲੀ ਮਨੁੱਖੀ ਵਿਵਹਾਰ, ਗੈਰ ਰਾਜਨੀਤਿਕ ਤੱਤ ਜਿਹੜੇ ਰਾਜਨੀਤਿਕ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੇ ਹਨ ਜਾਂ ਉਸ ਤੋਂ ਪ੍ਰਭਾਵਿਤ ਹੁੰਦੇ ਹਨ, ਉਸ ਦਾ ਅਧਿਐਨ ਵੀ ਕਰਦੀ ਹੈ। ਇਹ ਵੀ ਤੁਹਾਨੂੰ ਮੈਂ ਪਿਛਲੇ ਟੌਪਿਕ 'ਚ ਡਿਟੇਲ 'ਚ ਦੱਸ ਚੁੱਕੀ ਹਾਂ। ਸੋ ਰਾਜ ਪੁਰਾਣੀ ਧਾਰਨਾ ਹੈ, 19ਵੀਂ ਸਦੀ 'ਚ ਹੋਂਦ 'ਚ ਆਈ ਸੀ, ਤੇ ਰਾਜਨੀਤਿਕ ਪ੍ਰਣਾਲੀ ਇੱਕ ਆਧੁਨਿਕ ਧਾਰਨਾ ਹੈ, 20ਵੀਂ ਸਦੀ 'ਚ ਹੋਂਦ 'ਚ ਆਈ ਹੈ। ਨਾਓ ਵੀ ਵਿਲ ਮੂਵ ਟੂ ਨੈਕਸਟ ਪੁਆਇੰਟ। ਰਾਜਨੀਤਿਕ ਪ੍ਰਣਾਲੀ ਦੀ ਧਾਰਨਾ ਵਿੱਚ ਰਾਜਨੀਤਿਕ ਸੱਭਿਆਚਾਰ ਅਤੇ ਰਾਜਨੀਤਿਕ ਸਮਾਜੀਕਰਨ ਦਾ ਸਥਾਨ ਹੈ। ਰਾਜਨੀਤਿਕ ਪ੍ਰਣਾਲੀ ਦੀ ਧਾਰਨਾ ਵਿੱਚ ਰਾਜਨੀਤਿਕ ਸੱਭਿਆਚਾਰ ਅਤੇ ਰਾਜਨੀਤਿਕ ਸਮਾਜੀਕਰਨ ਦਾ ਸਥਾਨ ਹੈ, ਪਰੰਤੂ ਰਾਜ ਦੀ ਧਾਰਨਾ ਵਿੱਚ ਇਸ ਦਾ ਕੋਈ ਸਥਾਨ ਨਹੀਂ ਹੈ।
हाँ जी बच्चे, ਅਸੀਂ ਕੀ ਡਿਸਕਸ ਕਰ ਰਹੇ ਹਾਂ ਡਿਫਰੈਂਸ ਬਿਟਵੀਨ ਸਟੇਟ ਐਂਡ ਪੋਲੀਟੀਕਲ ਸਿਸਟਮ। ਸੋ ਜਿਹੜੀ ਰਾਜਨੀਤਿਕ ਪ੍ਰਣਾਲੀ ਹੈ ਆਧੁਨਿਕ ਧਾਰਨਾ ਹੈ 20ਵੀਂ ਸਦੀ ਚ ਆਈ। ਸੋ ਗੈਬਰੀਅਲ ਆਲਮੰਡ ਨੇ ਤੇ ਲੂਸਨ ਬਾਈ ਨੇ ਜਿਹੜੀਆਂ ਧਾਰਨਾ ਸਾਨੂੰ ਦਿੱਤੀਆਂ ਸੀ ਰਾਜਨੀਤਿਕ, ਡੇਵਿਡ ਈਸਟਨ ਰਾਜਨੀਤਿਕ ਸਮਾਜੀਕਰਨ ਤੇ ਰਾਜਨੀਤਿਕ ਸੱਭਿਆਚਾਰ, ਇਹ ਜਿਹੜੀਆਂ ਮਾਡਰਨ ਧਾਰਨਾ ਨੇ ਮਾਡਰਨ ਪੋਲੀਟੀਕਲ ਸਿਸਟਮ ਚ ਆਉਂਦੀਆਂ ਨੇ। ਸੋ ਰਾਜਨੀਤਿਕ ਸੱਭਿਆਚਾਰ ਕੀ ਹੈ? किसी देश के लोगों का अपनी राजनीतिक प्रणाली प्रति की नज़रिया है, अपनी राजनीतिक प्रणाली प्रति की सोचते हैं, की बिलीव्स ने, की विश्वास है, की कदर कीमत है, उस देश का राजनीतिक सभ्याचार है। सो राजनीतिक सभ्याचार की है कि एक देश के लोगों का अपनी राजनीतिक प्रणाली प्रति की नज़रिया है, की कदर कीमत, विश्वास के दृष्टिकोण है, ये राजनीतिक सभ्याचार है। हरेक देश का राजनीतिक सभ्याचार दूजे देश नालों ਵੱਖਰਾ ਹੁੰਦਾ है। अमरीका का राजनीतिक सभ्याचार यूरोपीयन कंट्रीज़ का काफ़ी डेवलप है। उत्थे कास्ट और जात धर्म इन्हां सब चीज़ों का लिंग इन्हां सब जिहड़ा है कोई भी जिहड़ी है राजनीति नहीं की जाती है, सिर्फ डेवलपमेंट के मुद्दों पर होंदी है। जिहड़ा कि भारत का राजनीतिक कल्चर है वह प्रोकियल राजनीतिक कल्चर है, जिसके बारे तुहानूं नैक्सट टॉपिक दस्सिया जाएगा। वो की है भारत का जिहड़ा है मिक्स जिहड़ी है ना ही पछड़िया चाहती है ना ही सिविक चाहता है। भारत का राजनीतिक सभ्याचार विच है, इस दे विच लोग राजनीतिक प्रणाली एक तो जी साडी राजनीति है जात धर्म ते लिंग के आधार पर है, बहुत भेदभाव है, डेवलपमेंट की राजनीति बहुत घट है। लोग राजनीतिक प्रणाली तो ना ही मंगा करते हैं, ना ही वो राजनीतिक प्रणाली द्वारा दित्तियां गई नीतियां की एक्टिव पार्टिसिपेशन करके अपने राइट ड्यूटीज़ का उन्होंने नहीं पता है, नहीं अवेयर ने, वो पैसिवली सरकार दी नीतियां एक्सैप्ट कर लेंगे ने। इस टॉपिक बारे आप जो है डिटेल च पढ़ांगे। परंतु राज की जो आप स्टडी करते हैं तो राजनीतिक सभ्याचार से राजनीतिक समाजीकरण वर्गियां धारणा का इस कोई भी अध्ययन नहीं किया जाता। नाउ वी विल डिस्कस द लास्ट पॉइंट्स तो बहुत सारे बन जाएंगे डिफरेंस दे कि राजनीतिक प्रणाली के अनेका रूप ने पर राज का एक ही रूप है। एक की है कि राजनीतिक प्रणाली हरेक देश के विच वक्री पाई जाती है तो हरेक देश की जी राजनीतिक प्रणाली है उसका रूप वक्रा पाया जाता है। इस दे नाल ही एक पॉइंट होर निकल जाएगा जो तुम नोट कर सकते हो, राजनीतिक प्रणाली की सर्व व्यापकता। मतलब कि राजनीतिक प्रणाली हरेक देश के विच पाई जाती है तो हरेक राजनीतिक प्रणाली चाहे वो अमरीका है, भारत है, इंग्लैंड है, राजनीतिक प्रणाली के रूप वक्रे वक्रे हो सकते हैं। राजनीतिक प्रणाली पाई हरेक देश के विच जाएगी। सो राजनीतिक प्रणाली के रूप वक्रे, भारत में संसदीय शासन प्रणाली है, अमेरिका जी है प्रधानगी शासन प्रणाली है, तो जी है इंग्लैंड के भी संसदीय शासन प्रणाली है। इस तरीके नाल हरेक देश की राजनीतिक प्रणाली का रूप जोड़ा वक्रा है। सो जो राज है उसका एक ही रूप है। राज के 4 कंपोनेंट तुहानूं दसदे ने, अमरीका रहेगा, इंग्लैंड रहेगा, तो भारत जोड़ा है वो भारत रहेगा। राज का रूप एक ही है। सो अज आप जो टॉपिक किया है राज ते राजनीतिक प्रणाली विच की अंतर है। सो मैं बहुत अच्छे तरीके नाल तुहानूं समझाउण की कोशिश कर रही हाँ कि तुहानूं समझ आ जाए। तुहानूं भी पता है कि करोना के चक्कर दे विच कि आपां जिहड़ियां है रैगूलर क्लासरूम दे विच नहीं जा रहे, बट आई एम ट्राइंग माई बेस्ट एंड कि तुहानूं जिहड़े है टॉपिक्स जिहड़े तुहानूं है यूट्यूब चैनल के थ्रू तुसीं कदों भी किते भी असैस कर सकते हो। ये मेरा जिहड़ा कंसैप्ट है ये है टीचिंग, क्लासरूम टीचिंग एट होम। सो मैं कोशिश कर रही हूँ कि अपना जिहड़ा क्लास टीचर है उसका पढ़ाया तुहानूं जिहड़ा है मैं पढ़ा रही हूँ तुहानूं अच्छे तरीके नाल। अपना मेरा चैनल सबसक्राइब करो, टॉपिक्स है उन्होंने नोट डाउन करो, नोट्स बनाओ तो अच्छे तरीके नाल समझो। कोई डाउट है तो मैनूं कमेंट बॉक्स के तुसीं कमेंट करके पूछ सकते हो। होमवर्क अपना करो और असाइनमेंट्स पूरियां करके मैनू भेजो। टिल दैन स्टे सेफ, स्टे होम। फिर मिलते हैं आप विद न्यू टॉपिक। थैंक यू।